ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਤੁਹਾਨੂੰ ਕਹਾ ਕਿ ਇਹ ਪੂਰੀ ਤਰ੍ਹਾਂ ਸੀਲਡ ਗਲਾਸ ਕੰਟੇਨਰ ਨੂੰ ਨਾ ਬਾਹਰੋਂ ਪਾਣੀ ਦੇਣ ਦੀ ਲੋੜ ਹੈ ਤੇ ਨਾ ਇਹਨੂੰ ਖਾਦ ਦੇਣ ਦੀ ਲੋੜ ਹੈ। ਇਹ ਕੁਦਰਤ ਆਪਣੇ ਆਪ 'ਚ ਆਪਣਾ ਖਿਆਲ ਰੱਖਣ ਵਾਸਤੇ ਸક્ષਮ ਹੈ। ਇਹ ਜਿਹੜੇ ਪਲਾਂਟਸ ਨੇ ਇਹ ਥੱਲਿਓਂ ਮਿੱਟੀ ਦੇ ਵਿੱਚੋਂ ਪਾਣੀ ਤੇ ਖੁਰਾਕ ਤੇ ਬਾਹਰੋਂ ਸਿਰਫ ਇਹਦੇ 'ਚ ਸੂਰਜ ਦੀ ਰੋਸ਼ਨੀ ਜਾਂਦੀ ਹੈ ਔਰ ਇਹਦੇ ਅੰਦਰ ਜੀਵ ਜੰਤੂ ਵੀ ਨੇ। ਉਹ ਜੀਵ ਜੰਤੂ ਇਹਦੇ ਅੰਦਰ ਹੋਰ ਜਿਹੜੀ ਕੀਟ ਪਤੰਗ ਜਿਹੜੇ ਅਰਥਵਰਮਸ ਨੇ ਹੋਰ ਨੇ, ਉਹਨਾਂ ਨੂੰ ਪਲਾਂਟ ਦਾ ਮਲ ਮੂਤਰ ਯਾਨੀ ਆਕਸੀਜਨ ਤੇ ਗਿਰਦੇ ਹੋਏ ਪੱਤੇ ਉਹ ਚਾਹੀਦੇ ਨੇ। ਉਹ ਲੈ ਕੇ ਉਹ ਆਪਣਾ ਜੀਵਨ ਚਲਾਉਂਦੇ ਨੇ ਤੇ ਕਾਰਬਨ ਡਾਈਆਕਸਾਈਡ ਦਿੰਦੇ ਨੇ ਜਿਹੜੇ ਪਲਾਂਟ ਨੂੰ। ਇਕੋਲੋਜੀ ਦਾ ਸਾਈਕਲ ਹੈ। ਸੜੇ ਹੋਏ ਪੱਤੇ ਥੱਲੇ ਗਿਰਦੇ ਨੇ, ਉਹ ਕੰਪੋਸਟ ਹੋ ਜਾਂਦੇ ਨੇ, ਉਹਦੇ ਚੋਂ ਇਹਨਾਂ ਨੂੰ ਖਾਣਾ ਮਿਲਦਾ ਪਲਾਂਟਸ ਨੂੰ ਔਰ ਪਲਾਂਟਸ ਦੀ ਕਾਰਬਨ ਆਕਸੀਜਨ ਤੋਂ ਬਾਕੀ ਜੀਵਾਂ ਨੂੰ ਆਕਸੀਜਨ ਮਿਲਦੀ ਹੈ ਔਰ ਖਾਣਾ ਮਿਲਦਾ। ਇਹ ਪ੍ਰਕਿਰਤੀ ਦਾ ਚੱਕਰ ਹੈ ਔਰ ਇਹਨੂੰ ਹੁਣ ਬਾਹਰੋਂ ਪਾਣੀ ਦੇਣ ਦੀ ਜਾਂ ਖਾਦ ਦੇਣ ਦੀ ਜ਼ਿੰਦਗੀ ਭਰ ਲੋੜ ਨਹੀਂ ਹੈ। ਇਹੀ ਪਾਣੀ ਜੇ ਤੁਸੀਂ ਦੇਖੋ ਤਾਂ ਉੱਪਰ ਕੰਡੈਂਸੇਟ ਹੋ ਕੇ ਇਹਦੇ ਉੱਪਰ ਆ ਦੇਖੋ, ਇਹ ਉੱਪਰ ਬਣ ਗਿਆ, ਇਹੀ ਬਾਰਿਸ਼ ਬਣ ਕੇ ਥੱਲੇ ਪੈ ਜਾਊਗਾ ਇਹ ਸਾਰਾ। ਪਰ ਅਸੀਂ ਜ਼ਿਆਦਾ ਸਿਆਣੇ ਇਨਸਾਨਾਂ ਨੇ ਕੀ ਕੀਤਾ ਕਿ ਇਹ ਪਰਿਆਵਰਨ ਦੇ ਚੱਕਰ ਨੂੰ ਗੜਬੜਾਤਾ। ਪੇੜ ਕੱਟਦੇ ਸਾਰੇ ਦੇ ਸਾਰੇ। ਜਿਹੜਾ ਕੋਈ ਸਾਡਾ ਆਰਗੈਨਿਕ ਵੇਸਟ ਹੈ, ਕੇਲੇ ਦੇ ਛਿਲਕੇ ਹੋਰ ਸਾਰਾ ਕੁਝ, ਉਹ ਚੱਕ ਕੇ ਅਸੀਂ ਇੱਕ ਜਗ੍ਹਾ ਢੇਰ ਲਾ ਦਿੰਦੇ ਹਾਂ ਤਾਂ ਮਿੱਟੀ ਦੇ ਵਿੱਚ ਨਾ ਖਾਦ ਨਾ ਖੁਰਾਕ ਕਿੱਥੋਂ ਆਣੀ ਹੈ। ਤਾਂ ਸਾਰਾ ਅਸੀਂ ਡਿਸਟਰਬ ਕੀਤਾ ਹੋਇਆ। ਤਾਂ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ। ਤਾਂ ਜੇ ਇਹਨੂੰ ਅਸੀਂ ਨਾ ਛੇੜੀਏ, ਕੁਦਰਤ ਹੀ ਸਭ ਤੋਂ ਵਧੀਆ ਹੱਲ ਹੈ। ਸਤਿ ਸ਼੍ਰੀ ਅਕਾਲ, ਫਿਰ ਮਿਲਾਂਗੇ।